एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। चक्र चिहन अर बरन जात अर पात नहन जे। रूप रंग अर रेख पेख को कह न सकत केहे। अचल मूरत अनभउ प्रकाश अमितोज कहजै। कोट इंद्र इंद्राण साहे साहण गणजै। तरे भवन महीप सुर नर असुर। नेत नेत बन तृण कहत तब सर्ब नाम कथय कवन। कर्म नाम बरनत सुमत। मेरी संगत पोच सोच दिन राती। मेरा कर्म कुटलता जन्म कुभांति। राम गुसैया जी के जीवना। मोह न बिसारो मैं जन तेरा। मेरी हरो विपत जन करो सुभाई। चरण ना छाडो शरीर कल जाई। कह रविदास परों तेरी सांभा। बेग मिलो जान कर ना बिलंभा। मित्र प्यारे नू हाल मुरीदां दा कहना। मित्र प्यारे नू हाल मुरीदां दा कहना। तुद बिन रोग रजाइयां दा ओडण। नाग निवासां दे रहना। सूल सुराही खंजर प्याला। बिंग कसाइयां दा सहना। यारड़े दा सानू सत्थर चंगा। पाठ खेड़ियां दा रहना। यारड़े दा सानू सत्थर चंगा। यारड़े दा सानू सत्थर चंगा। पठ खेड़ियां दा रहना। हम अवगुण भरे एक गुण नाही। अमृत छाड़ बिख बिख खाई। माया मोह परम पै भूले। सुत दारा स्यों प्रीत लगाई। एक उत्तम पंथ सुन्यो गुर संगत। देह मिलंत जम त्रास मिटाई। एक अरदास पाठ कीरत की। गुर रामदास राखो सरनाई। सो कहो टल गुर सेविया। अहनिस सहज सुभाए। दर्शन परसे गुरु का। जन्म मरण दुख
ਗਵਾਏ। ਹੋਵੈ ਸਿਫਤ ਖਸੰਮਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਮੇਰੇ RAM ਹਰ ਜਨ ਆਰੋਗ ਭਏ। ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ। ਤਿਨ ਕੇ ਹਉਮੈ ਰੋਗ ਗਏ। ਰਹਾਉ ਬ੍ਰਹਮਾ ਬੇਸਨ ਮਹਾਦੇਵ ਤ੍ਰੈ ਗੁਣ ਰੋਗੀ। ਵਿੱਚ ਹਉਮੈ ਕਾਰ ਕਮਾਈ। ਜਿਨ ਕੀਏ ਤਿਸਹਿ ਨ ਚੇਤੈ ਬਪੜੇ। ਹਰ ਗੁਰਮੁਖ ਸੋਝੀ ਪਾਈ। ਹਉਮੈ ਰੋਗ ਸਭ ਜਗਤ ਵਿਆਪਿਆ। ਤਿਨ ਕੋ ਜਨਮ ਮਰਨ ਦੁਖ ਭਾਰੀ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ। ਤਿਸ ਜਨ ਕੋ ਹਉ ਬਲਿਹਾਰੀ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ। ਤਾ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰੋ। ਜਿਨ ਸਿਸਟ ਸਾਜੀ ਸੋਈ ਹਰ ਜਾਣੈ। ਤਾ ਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ। ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸਤਿਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਗੁਰਦੇਵ ਦੇ ਦਰਸ਼ਨ ਪਰਸ ਰਹੇ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਵੈਰਾਗ, ਤਿਆਗ ਤੇ ਅਨੁਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਦੇਵ ਵੱਲੋਂ ਬਖਸ਼ਿਸ਼ ਕੀਤੇ ਗਏ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ। ਦਇਆ ਨਿਧ ਅੰਤਰਯਾਮੀ ਸਭੇ ਕਮਾਲ, ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੋਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਛੀਵਾੜੇ ਪਹੁੰਚੇ ਹਨ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਟਿੰਡ ਦਾ ਸਰਾਣਾ ਲਾਈ ਬਿਰਾਜੇ ਨੇ ਔਰ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸ਼ੁਕਰ ਦੇ ਰੰਗ ਵਿੱਚ ਭਿੱਜੇ ਹੋਏ ਨੇ। ਇਧਰ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। ਸਤਿਕਾਰਯੋਗ ਮਾਤਾ ਗੁਜਰੀ ਜੀ ਨੂੰ ਅੱਜ ਦੇ ਦਿਨ ਮਰਿੰਡੇ ਤੋਂ ਲੈ ਕੇ ਸਰਹੰਦ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਅੱਜ ਜਦੋਂ ਸੂਬੇ ਸਰਹੰਦ ਦੇ ਕੋਲ ਲਿਆਂਦਾ ਗਿਆ ਤੇ ਰਾਤ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਅਨੇਕਾਂ ਪ੍ਰਕਾਰ ਦੇ ਤਸੀਹੇ ਸਾਹਿਬਜ਼ਾਦਿਆਂ ਨੂੰ ਦਿੱਤੇ ਜਾ ਰਹੇ ਨੇ, ਪਰ ਧੰਨ ਨੇ ਗੁਰੂ ਕੇ ਲਾਲ ਜੋ ਆਪਣੇ ਸਿਦਕ ਦੇ ਵਿੱਚ ਪੂਰੇ ਹਨ। ਸਿਦਕ ਤੇ ਸਬਰ, ਇਹ ਦੋਵੇਂ ਬਿਰਤੀਆਂ ਸਤਿਗੁਰਾਂ ਦੇ ਲਾਲਾਂ ਦੇ ਵਿੱਚ ਭਰੀਆਂ ਹੋਈਆਂ ਨੇ। ਮਹਾਨ ਕੁਰਬਾਨੀ ਨੂੰ, ਇਸ ਮਹਾਨ ਜਜ਼ਬੇ ਨੂੰ ਨਮਸਕਾਰ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰਦੇਵ ਦੇ ਪਵਿੱਤਰ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਗੁਰਦੇਵ ਦੇ ਪਾਵਨ ਸ਼ਬਦ ਨੂੰ ਵਿਚਾਰੀਏ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਰਾਗ ਸੋਹੀ ਹੈ ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਅੰਦਰ ਮੇਰਾ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਸਿਆ ਹੈ, ਜਿਸ ਦੇ ਹਿਰਦੇ ਵਿੱਚ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਵਸਿਆ ਹੈ। ਚੌਥੇ ਪਾਤਸ਼ਾਹ ਫਰਮਾਨ ਕਰਦੇ ਹਨ, ਵਸਿਆ ਤਾਂ ਸਾਰਿਆਂ ਅੰਦਰ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਵਿੱਚ ਵਸਦਾ ਹੈ। ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦਾ ਨਿਵਾਸ ਸਰਬ ਥਾਈਂ ਹੈ। ਸਭ ਕੁਝ ਉਸੇ ਤੋਂ ਬਣਿਆ, ਜਾਂ ਇਹ ਕਹਿ ਸਕਦੇ ਹਾਂ ਉਹੀ ਸਭ ਕੁਝ ਬਣਿਆ ਹੋਇਆ। ਇੱਕੋ ਹੀ ਹੈ ਜੋ ਸਭ ਕੁਝ ਬਣਿਆ ਹੋਇਆ। ਤਰਕ ਕਰਨ ਵਾਲੇ ਨੇ ਆਖਿਆ, ਉਹ ਇੱਕ ਪਾਰ ਬ੍ਰਹਮ ਪਰਮੇਸ਼ਰ ਸਰਬ ਥਾਈਂ ਵਸ ਕੇ ਸਾਰਿਆਂ ਵਿੱਚ ਕਿਵੇਂ ਵਰਤ ਰਿਹਾ ਹੈ।
ਨਾਲੇ ਕਹਿੰਦੇ ਉਹ ਇੱਕ ਹੈ, ਤੇ ਇੱਕ ਅਨੇਕਾਂ ਵਿੱਚ ਕਿਵੇਂ ਵਰਤ ਰਿਹਾ? ਤਰਕ ਕਰਨ ਵਾਲੇ ਨੇ ਤਰਕ ਕੀਤਾ। ਜਿਸ ਦੀ ਸਾਧਨਾ ਪਰਪੱਕ ਹੋਵੇ ਔਰ ਜਿਸ ਨੇ ਸਾਧਨਾ ਕਰਕੇ ਬਹੁਤ ਕੁਝ ਮਾਣਿਆ ਹੋਵੇ, ਉਹਨਾਂ ਪਾਸ ਉਹਨਾਂ ਤਰਕਾਂ ਦੇ ਜਵਾਬ ਸੁੱਤੇ ਸਿੱਧੇ ਫੁਰ ਪੈਂਦੇ ਆ। ਕਹਿਣ ਲੱਗੇ ਕਿ ਜਦੋਂ ਤੂੰ ਮਾਤਾ ਦੇ ਉਦਰ ਵਿੱਚ ਸੀ ਕੀ ਸੀ? ਕਹਿਣ ਲੱਗਾ ਇੱਕ ਪਿੰਡ। ਜਨਮ ਹੋਇਆ ਤਾਂ ਕੀ ਹੋਇਆ? ਕਹਿੰਦਾ ਇੱਕ ਸ਼ਿਸ਼ੂ। शिशु बनन तो बाद जो पिता है ਉਹਦੇ ਲਈ ਪੁੱਤਰ, ਮਾਤਾ ਲਈ ਪੁੱਤਰ, ਭੈਣ ਵਾਸਤੇ ਭਰਾ, ਵੱਡਾ ਹੋਇਆ ਇਸਤਰੀ ਵਿਆਹ ਕੇ ਲਿਆਂਦੀ, ਉਹਦੇ ਲਈ ਪਤੀ ਬਣ ਗਿਆ। ਘਰ ਵਿੱਚ ਸੰਤਾਨ ਹੋਈ, ਉਹਦੇ ਲਈ ਪਿਤਾ ਹੋ ਗਿਆ। ਉਹ ਬੱਚਾ ਜਵਾਨ ਹੋਇਆ, ਉਹਦੀ ਸ਼ਾਦੀ ਕੀਤੀ, ਉਹਦੀ ਘਰਵਾਲੀ ਆਈ ਤੇ ਉਹਦੇ ਲਈ ਸਹੁਰਾ ਬਣ ਗਿਆ। ਸਮਾਂ ਪਾ ਕੇ ਉਹਦੇ ਘਰ ਵਿੱਚ ਵੀ ਸੰਤਾਨ ਹੋਈ, ਉਹਦੇ ਲਈ ਦਾਦਾ ਬਣ ਗਿਆ। ਇੱਕੋ ਮਨੁੱਖ ਜੇ ਇੰਨਾ ਕੁਝ ਬਣ ਸਕਦਾ, ਛੋਟਾ ਜਿਹਾ ਮਨੁੱਖ, ਛੋਟਾ ਜਿਹਾ ਮਨੁੱਖ ਦੀ ਸਾਡੀ ਕਿੰਨੀ ਕੁ ਹਸਤੀ ਹੈ। ਇੱਕ ਮਨੁੱਖ ਜੇ ਇੰਨਾ ਕੁਝ ਬਣ ਸਕਦਾ, ਜਨਮ ਤੋਂ ਪਹਿਲਾਂ ਪਿੰਡ ਸੀ, ਜਨਮ ਲੈ ਕੇ ਸ਼ਿਸ਼ੂ ਬਣ ਗਿਆ, ਮਾਤਾ ਪਿਤਾ ਲਈ ਪੁੱਤਰ ਬਣ ਗਿਆ, ਭੈਣ ਲਈ ਭਰਾ ਬਣ ਗਿਆ, ਇਸਤਰੀ ਲਈ ਪਤੀ ਬਣ ਗਿਆ, ਪੁੱਤਰ ਲਈ ਪਿਤਾ ਬਣ ਗਿਆ, ਪੋਤਰੇ ਲਈ ਦਾਦਾ ਬਣ ਗਿਆ, ਨੌਂ ਵਾਸਤੇ ਸਹੁਰਾ ਬਣ ਗਿਆ, ਭਤੀਜੇ ਲਈ ਚਾਚਾ ਬਣ ਗਿਆ। ਇੱਕੋ ਮਨੁੱਖ ਜੇ ਇਤਨਾ ਕੁਝ ਬਣ ਸਕਦਾ, ਇੱਕ ਛੋਟਾ ਜਿਹਾ ਮਨੁੱਖ, ਤੇ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਸੁਆਮੀ ਫਿਰ ਕਿਤਨਾ ਕੁਝ ਬਣ ਸਕਦਾ ਹੈ। ਫਿਰ ਉਹ ਇੱਕ ਕਿਤਨੇ ਰੂਪ ਧਾਰਨ ਕਰ ਸਕਦਾ। ਇਸ ਕਰਕੇ ਇੱਕੋ ਹੀ ਹੈ ਜਿਹੜਾ ਸਾਰਿਆਂ ਵਿੱਚ ਵਰਤ ਰਿਹਾ ਹੈ। ਮਹਾਰਾਜ ਜੀ ਕਹਿੰਦੇ ਉਹ ਜੋ ਸਾਰਿਆਂ ਵਿੱਚ ਵਰਤ ਤਾਂ ਰਿਹਾ ਹੈ, ਪਰ ਸਾਰਿਆਂ ਦੇ ਅੰਦਰ ਸਾਖਸ਼ਾਤਕਾਰ ਨਹੀਂ ਹੈ, ਪ੍ਰਗਟ ਤਾਂ ਨਹੀਂ ਨਾ ਹੈ ਸਾਰਿਆਂ ਅੰਦਰ। ਵਸਦਾ ਸਾਰਿਆਂ ਵਿੱਚ ਹੀ ਹੈ, ਰਹਿੰਦਾ ਸਾਰਿਆਂ ਵਿੱਚ ਹੀ ਹੈ, ਸਭੈ ਘਟ ਰਾਮ ਬੋਲੇ, ਰਹਿੰਦਾ ਸਾਰਿਆਂ ਵਿੱਚ ਹੀ ਹੈ, ਪਰ ਸਾਰਿਆਂ ਵਿੱਚ ਵਰਤਦਾ ਹੋਇਆ, ਸਾਰਿਆਂ ਵਿੱਚ ਰਹਿੰਦਾ ਹੋਇਆ ਉਹ ਪ੍ਰਗਟ ਨਹੀਂ ਹੈ। ਜਿਨ੍ਹਾਂ ਤੇ ਗੁਰੂ ਦਾ ਤਰਸ ਹੋਇਆ, ਜਿਨ੍ਹਾਂ ਤੇ ਗੁਰੂ ਦੀ ਦਇਆ ਹੋਈ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਅੰਦਰ ਪ੍ਰਗਟ ਹੋ ਗਿਆ। ਉਹਨਾਂ ਬਾਬਤ ਇੱਥੇ ਕਹਿ ਰਹੇ ਨੇ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਅੰਦਰ ਉਹ ਮੇਰਾ ਹਰੀ ਅਕਾਲ ਪੁਰਖ ਜਾਂ ਉਹਦਾ ਨਾਮ, ਉਹਦਾ ਅੰਮ੍ਰਿਤ ਨਾਮ ਵਸ ਗਿਆ। ਤਿਨ ਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਹੀ ਰੋਗ ਵਾਹਿਗੁਰੂ ਨੇ ਗਵਾ ਦਿੱਤੇ, ਉਹਨਾਂ ਦੇ ਸਾਰੇ ਹੀ ਰੋਗ ਨਿਰਵਿਰਤ ਕਰ ਦਿੱਤੇ, ਉਹਨਾਂ ਨੂੰ ਸਾਰਿਆਂ ਰੋਗਾਂ ਤੋਂ ਰਹਿਤ ਕਰ ਦਿੱਤਾ। ਪਾਰ ਬ੍ਰਹਮ ਪਰਮੇਸ਼ਰ ਨੇ ਵਿਧਾਤੇ ਨੇ ਸਰਬ ਰੋਗਾਂ ਤੋਂ ਰਹਿਤ ਕਰ ਦਿੱਤਾ। ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਪਰਮੇਸ਼ਰ ਜੀ ਵਸਦੇ ਨੇ, ਹਰੀ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਵਸਦਾ ਹੈ, ਤਿਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ। ਰੋਗ ਕਿਹੜੇ ਕਿਹੜੇ ਨੇ? ਈਰਖਾ ਰੋਗ ਹੈ, ਦਵੈਸ਼ ਰੱਖਣੀ ਇਹ ਵੀ ਰੋਗ ਹੈ, ਨਿੰਦਾ ਕਰਨੀ ਇਹ ਵੀ ਰੋਗ ਹੈ, ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜਨਾ ਇਹ ਵੀ ਰੋਗ ਹੈ, ਕਾਮ ਵੀ ਰੋਗ ਹੈ, ਕ੍ਰੋਧ ਵੀ ਰੋਗ ਹੈ, ਲੋਭ ਵੀ ਰੋਗ ਹੈ। ਇਹ ਜਿਤਨੇ ਵਿਕਾਰ ਨੇ ਸਭ ਰੋਗ ਰੂਪ ਹੋ ਕੇ ਜੀਵ ਨੂੰ ਚਿੰਬੜੇ ਹੋਏ ਨੇ। ਸਭ ਤੋਂ ਵੱਡਾ ਰੋਗ ਹੈ ਹਉਮੈ। ਹਉਮੈ ਵੀ ਰੋਗ ਹੈ। ਹਉਮੈ ਦੇ ਰੋਗ ਦੇ ਨਾਲ ਹੀ ਜਨਮ ਮਰਨ ਦੇ ਰੋਗ ਚਿੰਬੜੇ ਹੋਏ ਨੇ। ਜਨਮਣਾ ਤੇ ਮਰਨਾ ਇਹ ਵੀ ਰੋਗ ਹੈ। ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਸ ਜਾਂਦਾ ਹੈ, ਉਹ ਇਹਨਾਂ ਸਾਰਿਆਂ ਰੋਗਾਂ ਤੋਂ ਰਹਿਤ ਹੋ ਜਾਂਦੇ। ਉਹਨਾਂ ਦੇ ਸਾਰੇ ਰੋਗ ਵਾਹਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਨਿਵਾਰ ਦਿੰਦੇ ਨੇ।
ਖਾਲਸਾ ਜੀ, ਕਈਆਂ ਨੇ ਕਾਮ ਨੂੰ ਜਾਂ ਇਹ ਜਿਹੜੇ ਵਿਕਾਰ ਨੇ, ਵਿਕਾਰ ਉਦੋਂ ਬਣਦੇ ਆ ਜਦੋਂ ਇਹ ਲੋੜ ਤੋਂ ਵੱਧ ਹੋ ਜਾਣ, ਨਹੀਂ ਤਾਂ ਇਹਨਾਂ ਨੂੰ ਦੇਵਤਾ ਵੀ ਕਿਹਾ ਜਾਂਦਾ ਹੈ। ਕਹਿੰਦੇ ਮਨੁੱਖ ਦਾ ਸਰੀਰ ਬਿਨਸਦਾ ਨਾ, ਜਦੋਂ ਮੌਤ ਆਉਂਦੀ ਹੈ, ਉਦੋਂ ਜਿੰਨੇ ਦੇਵਤੇ ਨੇ ਮਨੁੱਖ ਦੇ ਸਰੀਰ ਚੋਂ ਸਾਰੇ ਚਲੇ ਜਾਂਦੇ, ਜਿੰਨੇ ਦੇਵਤੇ ਨੇ, ਕਿਉਂਕਿ 33 ਕਰੋੜ ਦੇਵਤੇ ਇਸੇ ਸਰੀਰ ਵਿੱਚ ਹੀ ਨੇ ਖਾਲਸਾ ਜੀ। ਇੰਦਰ ਵੀ ਇਸੇ ਸਰੀਰ 'ਚ ਹੈ, ਬ੍ਰਹਮਾ ਵਿਸ਼ਨ ਮਹੇਸ਼ ਸਭ ਇਸ ਕਾਇਆ ਦੇ ਵਿੱਚ ਹੀ ਨੇ। ਇਹ ਸਾਰੇ ਦੇਵਤੇ ਛੱਡ ਕੇ ਚਲੇ ਜਾਂਦੇ ਆ ਮਨੁੱਖ ਨੂੰ ਜਦੋਂ ਇਹ ਮਰਦਾ, ਜਦੋਂ ਇਹਦੇ ਸਰੀਰ ਚੋਂ ਪ੍ਰਾਣ ਨਿਕਲਦੇ ਆ। ਸਾਧਕ ਮਹਾਤਮਾ ਇਹ ਕਹਿੰਦੇ ਆ, ਮਹਾਂਪੁਰਸ਼, ਸ਼ਾਇਦ ਇਹ ਕਿਸੇ ਕਿਤਾਬ ਵਿੱਚ ਲਿਖਿਆ ਨਾ ਮਿਲੇ, ਪਰ ਸਾਧਨਾ ਕਰਨ ਵਾਲੇ ਸਾਧਕ ਇਹ ਕਹਿੰਦੇ ਆ, ਇੱਕ ਦੇਵਤਾ ਜਿਹੜਾ ਉਹ ਛੱਡ ਕੇ ਨਹੀਂ ਜਾਂਦਾ। ਸਰੀਰ ਵਿੱਚੋਂ ਸਾਰੇ ਦੇਵਤੇ ਚਲੇ ਜਾਂਦੇ ਆ ਛੱਡ ਕੇ ਮੁਰਦੇ ਦੇ, ਜਦੋਂ ਪ੍ਰਾਣ ਨਿਕਲਦੇ ਆ, ਇੱਕ ਨਹੀਂ ਜਾਂਦਾ। ਉਹ ਕਿਹੜਾ? ਕਹਿੰਦੇ ਕਾਮਦੇਵ। ਉਹ ਸੂਖਮ ਰੂਪ ਹੋ ਕੇ ਜੀਵ ਦੇ ਮਸਤਕ ਵਿੱਚ ਨਿਵਾਸ ਕਰ ਜਾਂਦਾ, ਮੁਰਦੇ ਦੇ ਸਿਰ ਦੇ ਵਿੱਚ ਜਾ ਕੇ ਨਿਵਾਸ ਕਰ ਜਾਂਦਾ। ਜਦੋਂ ਅੱਗ ਲੱਗਦੀ ਹੈ, ਸੜਦਾ ਹੈ, ਸਰੀਰ ਦਾ ਪਟਾਕਾ ਵੱਜਦਾ ਨਾ ਸਿਰ ਦਾ, ਫਿਰ ਕਹਿੰਦੇ ਉਹਦੇ ਵਿੱਚੋਂ ਸੜ ਕੇ ਉਹ ਬਾਹਰ ਨਿਕਲਦਾ। ਇਤਨਾ ਭਿਆਨਕ ਹੈ। ਉਤਪਤੀ ਵੀ ਇਸੇ ਤੋਂ ਹੋਈ ਸੀ। ਮਰਨ ਵੇਲੇ ਵੀ ਸਰੀਰ ਦਾ ਜਦੋਂ ਸੀਸ ਫੁੱਟਦਾ ਅਗਨੀ ਦੇ ਨਾਲ, ਫਿਰ ਉਹਦੇ ਚੋਂ ਸੜ ਕੇ ਬਾਹਰ ਨਿਕਲਿਆ। ਹੁਣ ਸਾਧਕ ਇਹ ਕਹਿੰਦੇ ਆ ਵੀ ਜਦੋਂ ਸਾਧਨਾ ਕਰਦਾ ਮਨੁੱਖ, ਸਿਮਰਨ ਦੀ ਕਮਾਈ ਕਰਦਾ, ਸਭ ਤੋਂ ਪਹਿਲਾ ਜਿਹੜਾ ਵਿਕਾਰ ਫੁਰਦਾ ਹੈ ਉਹ ਹੈ ਕਾਮਦੇਵ। ਇਹ ਵਿਚਲਿਤ ਹੁੰਦਾ। ਇਹ ਜਦੋਂ ਵਿਚਲਿਤ ਹੁੰਦਾ, ਸਾਧਨਾ ਕਰਦਿਆਂ ਕਰਦਿਆਂ, ਨਾਮ ਸਿਮਰਨ ਦੀ ਏਡੀ ਵੱਡੀ ਕਮਾਈ ਹੈ ਕਿ ਸਿਮਰਨ ਕਰਦਿਆਂ ਸਭ ਤੋਂ ਪਹਿਲਾਂ ਇਹ ਸਾਧਕ ਦੇ ਹਿਰਦੇ ਚੋਂ ਚਲਾ ਜਾਂਦਾ, ਦੂਰ ਚਲਾ ਜਾਂਦਾ। ਸਭ ਤੋਂ ਪਹਿਲਾਂ ਇਹ ਰੋਗ ਜਾਂਦਾ, ਸਭ ਤੋਂ ਪਹਿਲਾਂ ਇਹਦੀ ਨਿਰਵਿਰਤੀ ਹੁੰਦੀ ਹੈ। ਫਿਰ ਕ੍ਰੋਧ ਚਲਿਆ ਜਾਂਦਾ, ਫਿਰ ਲੋਭ ਚਲਿਆ ਜਾਂਦਾ, ਫਿਰ ਮੋਹ, ਫਿਰ ਹੰਕਾਰ। ਇਹ ਸਭ ਰੋਗ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਰੋਗ ਨੇ ਉਹਨਾਂ ਦੇ ਅੰਦਰੋਂ ਨਿਰਵਿਰਤ ਹੁੰਦੇ ਆ ਜਿਨ੍ਹਾਂ ਦੇ ਹਿਰਦਿਆਂ ਵਿੱਚ ਹਰੀ ਦਾ ਨਾਮ ਵਸਦਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਜਿਨ੍ਹਾਂ ਦੇ ਅੰਦਰ ਮੇਰਾ ਹਰੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਸਦਾ ਹੈ, ਤਿਨ ਕੇ ਸਭ ਰੋਗ ਗਵਾਏ। ਉਹਨਾਂ ਦੇ ਸਾਰੇ ਰੋਗ ਦੂਰ ਹੋ ਜਾਂਦੇ ਆ। ਸਤਿਗੁਰੂ ਜੀ ਤਿਨਾਂ ਦੇ ਸਾਰੇ ਹੀ ਰੋਗ ਨਿਵਾਰ ਦਿੰਦੇ ਹਨ। ਹਾਂਜੀ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਉਹ ਮੁਕਤ ਹੋ ਗਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਉਹ ਮੁਕਤ ਹੋ ਗਏ ਭਾਈ ਜਿਨ੍ਹਾਂ ਨੇ ਹਰੀ ਪਰਮੇਸ਼ਰ ਦਾ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਉਹਨਾਂ ਨੇ ਪਵਿੱਤਰ ਤੇ ਪਰਮ ਪਦਵੀ ਨੂੰ ਹਾਸਲ ਕੀਤਾ। ਉਹ ਮੁਕਤ ਹੋ ਗਏ ਜਿਨ੍ਹਾਂ ਨੇ ਹਰੀ ਦਾ ਨਾਮ ਧਿਆਇਆ ਔਰ ਪਵਿੱਤਰ ਹੋ ਗਏ। ਖਾਲਸਾ ਜੀ, ਪਵਿੱਤਰਤਾ ਕੀ ਹੈ? ਪਵਿੱਤਰਤਾ ਦੀ ਪ੍ਰਾਰੰਭਤਾ ਅਸੀਂ ਸਰੀਰ ਤੋਂ ਕਰਦੇ ਹਾਂ। ਆਰੰਭ ਇੱਥੋਂ ਹੈ, ਸ਼ੁਰੂਆਤ ਇੱਥੋਂ ਹੀ ਹੈ। ਜੇ ਕੋਈ ਆਖੇ ਵੀ ਸਰੀਰ ਨੂੰ ਪਵਿੱਤਰ ਕਰਨ ਦੀ ਲੋੜ ਨਹੀਂ, ਮਨ ਪਵਿੱਤਰ ਕਰੋ, ਤਾਂ ਵੀ ਗੱਲ ਨਹੀਂ ਬਣਦੀ। ਜੇ ਕੋਈ ਆਖੇ ਜੇ ਮਨ ਪਵਿੱਤਰ ਹੈ ਤਾਂ ਸਰੀਰ ਨੂੰ ਪਵਿੱਤਰ ਕਰਨ ਦੀ ਲੋੜ ਨਹੀਂ, ਤਾਂ ਵੀ ਗੱਲ ਨਹੀਂ ਬਣਦੀ। ਆਖਰਕਾਰ ਸ਼ੁਰੂਆਤ ਤਾਂ ਕਿਤੋਂ ਕਰਨੀ ਪਏਗੀ ਨਾ। ਤੇ ਸਾਡੀ ਪਕੜ ਹੁੰਦੀ ਆ ਸਥੂਲ ਸਰੀਰ ਤਾਈਂ। ਅਸੀਂ ਸਥੂਲ ਚੀਜ਼ ਜਿਹੜੀ ਹੈ, ਸਥੂਲ ਵਰਤਾਰਾ, ਉਹਨੂੰ ਛੇਤੀ ਪਕੜ ਲੈਂਦੇ। ਸਥੂਲ ਦੀ ਪਕੜ ਤੋਂ ਬਾਅਦ ਹੀ ਸਹਿਜੇ ਸਹਿਜੇ ਸੂਖਮ ਦੀ ਪਕੜ ਬਣੇਗੀ। ਪਵਿੱਤਰਤਾ ਦੀ ਗੱਲ ਕਰੀਏ ਤੇ ਪਹਿਲਾਂ ਸਰੀਰ ਦੀ ਪਵਿੱਤਰਤਾ ਤੋਂ ਗੱਲ ਸ਼ੁਰੂ ਕਰਾਂਗੇ। ਤਾਂ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਸਰੀਰ ਦੀ ਕਿਰਿਆ ਸੋਧ ਕੇ ਰਹਿਤਨਾਮੇ ਪੜ੍ਹੀਏ ਨਾ। ਜਿਹੜੇ ਰਹਿਤਨਾਮੇ ਨੇ ਨਾ ਖਾਲਸੇ ਦੇ,
ਚਾਹੇ ਉਹ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਨੇ, ਚਾਹੇ ਉਹ ਭਾਈ ਪ੍ਰਹਿਲਾਦਾ ਸਿੰਘ ਜੀ ਦੇ ਰਹਿਤਨਾਮੇ ਨੇ, ਚਾਹੇ ਉਹ ਪਿਆਰੇ ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਨੇ, ਚਾਹੇ ਉਹ ਭਾਈ ਨੰਦ ਲਾਲ ਸਾਹਿਬ ਜੀ ਦੇ ਲਿਖੇ ਰਹਿਤਨਾਮੇ ਨੇ, ਪੁਰਾਣੇ ਰਹਿਤਨਾਮੇ। ਉਹਨਾਂ ਰਹਿਤਨਾਮਿਆਂ ਤੋਂ ਬਿਨਾਂ ਸਿੱਖ ਕਿਵੇਂ ਆਪਣੇ ਜੀਵਨ ਦਾ ਨਿਰਵਾਹ ਕਰੇ ਦਾ ਗਿਆਨ ਨਹੀਂ ਹੁੰਦਾ। ਹਰ ਇੱਕ ਗੁਰਸਿੱਖ ਨੂੰ, ਹਰ ਇੱਕ ਮਾਈ ਭਾਈ ਨੂੰ ਰਹਿਤਨਾਮੇ ਜ਼ਰੂਰ ਵੇਖਣੇ ਚਾਹੀਦੇ ਨੇ, ਪੜ੍ਹਨੇ ਚਾਹੀਦੇ ਨੇ ਪੁਰਾਣੇ ਬਜ਼ੁਰਗਾਂ ਦੇ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਪਟਿਆਲੇ ਦੇ ਹੀ ਵਿਦਵਾਨ ਹੋਏ, ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ ਛੋਟੇ ਹੁੰਦਿਆਂ। ਉਹਨਾਂ ਨੇ ਰਹਿਤਨਾਮੇ ਜਿਹੜੇ ਪੁਰਾਣੇ ਨੇ ਉਹਨਾਂ ਦੀ ਇੱਕ ਪੁਸਤਕ ਲਿਖੀ ਹੋਈ ਹੈ, ਛੋਟੇ ਜਿਹੇ ਆਕਾਰ ਦੀ ਪੁਸਤਕ ਹੈ, ਮੇਰੇ ਖਿਆਲ ਅੱਧੇ ਘੰਟੇ 'ਚ ਪੜ੍ਹੀ ਜਾਏਗੀ। ਉਹ ਪੜ੍ਹਨੀ ਚਾਹੀਦੀ ਹੈ ਰਹਿਤਨਾਮਿਆਂ 'ਚ। ਦੂਜੇ ਰਹਿਤਨਾਮੇ ਖਾਲਸੇ ਦੇ ਵਿੱਚ ਵਿਚਰ ਕੇ ਆਉਂਦੇ ਆ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੜ੍ਹ ਕੇ ਉਹਨਾਂ ਗਿਆਨ ਨਹੀਂ ਹੁੰਦਾ ਜਿੰਨਾ ਵਿਚਰ ਕੇ ਹੁੰਦਾ। ਤੁਸੀਂ ਪੜ੍ਹ ਲੋਗੇ, ਜੇ ਉਹਦਾ ਪ੍ਰੈਕਟੀਕਲ ਨਹੀਂ ਤਾਂ ਨਹੀਂ ਗੱਲ ਬਣਦੀ। ਪੰਥ ਦੇ ਵਿੱਚ ਵਿਚਰੋਗੇ, ਪੰਥ ਦੀਆਂ ਜਥੇਬੰਦੀਆਂ 'ਚ ਵਿਚਰੋਗੇ, ਨਿਰਮਲਿਆਂ ਵਿੱਚ, ਉਦਾਸੀਆਂ ਵਿੱਚ, ਨਿਹੰਗ ਸਿੰਘਾਂ ਵਿੱਚ, ਟਕਸਾਲਾਂ ਵਿੱਚ, ਸੰਪਰਦਾਵਾਂ ਵਿੱਚ ਜਿੰਨੀਆਂ ਨੇ, ਜਿਵੇਂ ਜਿਵੇਂ ਵਿਚਰੋਗੇ ਉੱਥੇ ਵਿਚਰ ਕੇ ਵੀ ਪਤਾ ਲੱਗਦਾ ਵੀ ਮਰਿਆਦਾ ਕੀ ਹੁੰਦੀ ਹੈ, ਰਹਿਤ ਬਹਿਤ ਕੀ ਹੁੰਦੀ ਹੈ। ਸੰਗਤ ਵਿੱਚ ਬੈਠੋਗੇ, ਕਥਾ ਕੀਰਤਨ ਸੁਣੋਗੇ, ਗੁਰੂ ਘਰ ਵਿੱਚ ਸੇਵਾ ਕਰੋਗੇ, ਉੱਥੇ ਆ ਕੇ ਜਿਹੜਾ ਸਿੱਖਣ ਨੂੰ ਮਿਲਦਾ ਉਹ ਕਿਤਾਬਾਂ ਵਿੱਚੋਂ ਨਹੀਂ ਮਿਲਦਾ। ਰਹਿਤਨਾਮਿਆਂ ਦੇ ਵਿੱਚ ਗੁਰਦੇਵ ਨੇ ਸਾਨੂੰ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਦਾਤਣ ਕਰਨ ਦਾ ਵੀ ਹੁਕਮ ਕੀਤਾ। ਜਿਵੇਂ ਅੱਜ ਕੱਲ੍ਹ ਆਪਾਂ ਬਰਸ਼ ਵਗੈਰਾ ਕਰ ਲੈਂਦੇ ਹਾਂ, ਉਦੋਂ ਦਾਤਣ ਨੀਤ ਕਰੈ ਤਾਂ ਸੁਖ ਪਾਵੈ ਲਾਲ ਜੀ। ਯਾਨੀ ਕਿ ਪਵਿੱਤਰਤਾ ਦਾ ਖਿਆਲ ਤਾਂ ਗੁਰਦੇਵ ਨੇ ਰੱਖਿਆ ਨਾ। ਅੱਜ ਕੱਲ੍ਹ ਕਹਿ ਦਿੰਦੇ ਆ ਜੀ ਇਹ ਤਾਂ ਬਾਹਮਣਵਾਦ ਹੈ। ਭਲਾ ਮੂੰਹ ਸਫਾਈ ਕਰਨੀ ਜਾਂ ਸਰੀਰ ਦੀ ਸੁਚਮਤਾ ਜਾਂ ਪਵਿੱਤਰਤਾ ਨੂੰ ਬਾਹਮਣਵਾਦ ਨਾਲ ਜੋੜ ਕੇ ਰੱਖ ਦਿਓ ਵੀ ਇਹ ਬਾਹਮਣਵਾਦ ਹੈ ਜੀ, ਇਹ ਤਾਂ ਵਿਪਰਵਾਦ ਹੈ ਜੀ। ਤੇ ਵਿਪਰਵਾਦ ਕਹਿ ਕੇ ਪਵਿੱਤਰਤਾ ਸਰੀਰ ਦੀ ਉਹਨਾਂ ਨੂੰ ਦੇ ਦਈਏ ਤੇ ਫਿਰ ਆਪ ਕੀ ਰੱਖੀਏ ਆਪਣੇ ਕੋਲ ਵੀ ਨਾ ਦਾਤਣ ਕਰੋ, ਨਾ ਨਹਾਵੋ, ਨਾ ਧੋਵੋ, ਮੁਸ਼ਕ ਮਾਰਦੇ ਫਿਰੋ, ਬਸ ਆਹ ਕੁਝ ਕਰੀਏ। ਹੈਰਾਨੀ ਹੁੰਦੀ ਹੈ ਸਾਡੇ ਕੁਝ ਇਹੋ ਜਿਹੇ ਬੁੱਧੀਜੀਵੀਆਂ ਨੂੰ ਵੇਖ ਕੇ ਵੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਆ। ਸਰੀਰ ਦੀ ਪਵਿੱਤਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਭਾਈ ਪਹਿਲਾਂ ਉੱਠੋ, ਉੱਠ ਕੇ ਦਾਤਣ ਕਰੋ, ਸਰੀਰ ਦੀ ਕਿਰਿਆ ਸੋਧੋ, ਇਸ਼ਨਾਨ ਪਾਨ ਕਰੋ, ਸਵੱਛ ਬਸਤਰ ਧਾਰਨ ਕਰਕੇ ਫਿਰ ਨਿਤਨੇਮ ਕਰੋ। ਯਾਨੀ ਕਿ ਸਰੀਰ ਦੀ ਪਵਿੱਤਰਤਾ ਤੋਂ ਹੀ ਅੰਦਰ ਦੀ ਪਵਿੱਤਰਤਾ ਦੀ ਜਾਗ ਲੱਗਣੀ ਹੈ ਨਾ। ਕਿਤੋਂ ਤੇ ਸ਼ੁਰੂ ਕਰਨਾ ਪਵੇਗਾ ਨਾ। ਸਿੱਧਾ ਕਿੱਥੇ ਅੰਦਰ ਮਨ ਨੂੰ ਕਿੱਦਾਂ ਸਿੱਧਾ ਪਕੜ ਲਵਾਂਗੇ ਵੀ ਮਨ ਪਵਿੱਤਰ ਕਰਨਾ। ਬਾਹਰੋਂ ਸਰੀਰ ਦੀ ਪਵਿੱਤਰਤਾ ਵੀ ਪਹਿਲਾਂ ਮਹਾਰਾਜ ਜੀ ਨੇ ਹੁਕਮ ਕੀਤਾ, ਇਸ਼ਨਾਨ ਪਾਨ ਕਰਕੇ ਸਰੀਰ ਦੀ ਕਿਰਿਆ ਸੋਧਣ ਦਾ ਹੁਕਮ ਹੈ। ਉਹ ਪਵਿੱਤਰਤਾ ਤੋਂ ਬਾਅਦ ਹੁਣ ਕੱਲਾ ਸਰੀਰ ਨਾਲ ਹੀ ਜੁੜ ਕੇ ਰਹਿ ਜਾਏ ਵੀ ਮੈਂ ਇਸ਼ਨਾਨ ਪਾਨ ਕਰਾਂ ਜੀ, ਵੇਖੋ ਜੀ ਮੈਂ ਤਾਂ ਸਰੀਰ ਪਵਿੱਤਰ ਕਰ ਲਿਆ। ਹੁਣ ਅੰਦਰਲੇ ਪਾਸੇ ਗੁਰਬਾਣੀ ਪੜ੍ਹਨ ਵਾਸਤੇ ਉਧਰੋਂ ਕਾਨਾ ਨਾਕੀ ਕਰਨ ਲੱਗ ਪਈਏ ਵੀ ਮਨ ਪਵਿੱਤਰ ਦੀ ਹੁਣ ਲੋੜ ਨਹੀਂ। ਉੱਥੇ ਫਿਰ ਬਾਹਰਲੇ ਸਰੀਰ ਦੀ ਕੱਲੀ ਪਵਿੱਤਰਤਾ ਨੂੰ ਮਹਾਰਾਜ ਜੀ ਨੇ ਖੰਡਿਆ। ਜੇ ਕੱਲੇ ਤਨ ਦੀ ਪਵਿੱਤਰਤਾ ਦਾ ਖਿਆਲ ਰੱਖਿਆ, ਮਨ ਦੀ ਪਵਿੱਤਰਤਾ ਦਾ ਖਿਆਲ ਨਹੀਂ ਰੱਖਿਆ, ਫਿਰ ਉਹਦਾ ਖੰਡਨ ਹੈ ਕਿ ਭਾਈ ਇਹਦੇ ਤੋਂ ਬਾਅਦ ਫਿਰ ਅੱਗੇ ਮਨ ਪਵਿੱਤਰ ਕਰਨ ਵਾਸਤੇ ਗੁਰਬਾਣੀ ਪੜ੍ਹੋ, ਕਰ ਇਸ਼ਨਾਨ। ਪਹਿਲਾਂ ਸਰੀਰ ਦੀ ਪਵਿੱਤਰਤਾ ਕਹਿ ਦਿੱਤੀ ਗੁਰੂ ਰਾਮਦਾਸ ਸਾਹਿਬ ਨੇ, ਕਰ ਇਸ਼ਨਾਨ। ਫਿਰ ਮਨ ਦੀ ਪਵਿੱਤਰਤਾ ਲਈ ਕੀ ਕਿਹਾ, ਸਿਮਰ ਪ੍ਰਭ ਆਪਣਾ। ਫਿਰ ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ, ਭਜਨ ਕਰਨਾ, ਉਹਦੇ ਨਾਲ ਮਨ ਪਵਿੱਤਰ ਹੋਵੇਗਾ, ਹਿਰਦਾ ਸ਼ੁੱਧ ਹੋਵੇਗਾ। ਇਹ ਪਵਿੱਤਰ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਵਾਸਤੇ ਮਰਿਆਦਾ ਲਿਖੀ ਹੋਈ ਹੈ ਰਹਿਤਨਾਮਿਆਂ 'ਚ, ਸਿੱਖ ਇਤਿਹਾਸ ਵਿੱਚ, ਗੁਰੂ ਇਤਿਹਾਸ ਵਿੱਚ ਕਿਵੇਂ ਤਿਆਰ ਕਰਨੀ ਹੈ, ਉਦੋਂ ਕਿਵੇਂ ਪਵਿੱਤਰਤਾ ਦਾ ਖਿਆਲ ਕਰਨਾ। ਤੋ ਇਹ ਪਵਿੱਤਰਤਾ ਬਾਹਰੋਂ ਵੀ ਹੈ, ਪਰ ਬਾਹਰ ਤੱਕ ਹੀ ਸੀਮਤ ਨਾ ਹੋ ਕੇ ਰਹਿ ਜਾਈਏ, ਬਾਹਰੋਂ ਹੀ ਹੱਥ ਨਾ ਮਾਂਜਦੇ ਰਹਿ ਜਾਈਏ। ਇਸ ਕਰਕੇ ਗੁਰਦੇਵ ਨੇ ਆਖਿਆ ਅੰਦਰ ਵੱਲ ਵੀ ਝਾਤੀ ਮਾਰੋ, ਵਿਵੇਕ ਬਾਹਰ ਦਾ ਵੀ ਹੋਵੇ, ਵਿਵੇਕ ਅੰਦਰ ਦਾ ਵੀ ਹੋਵੇ। ਤੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹ ਨੇ ਪਵਿੱਤਰ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ।
ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਤਿਨਾਂ ਨੇ ਪਵਿੱਤਰ ਤੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ। ਉਹ ਮੁਕਤ ਹੋ ਗਏ ਜਿਨ੍ਹਾਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ। ਮੇਰੇ RAM ਹਰ ਜਨ ਆਰੋਗ ਭਏ। ਇਹ ਮੇਰੇ RAM ਜਿਹੜੇ ਹਰੀ ਦੇ ਜਨ ਨੇ, ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਪਿਆਰੇ ਨੇ, ਉਹ ਆਰੋਗ ਹੋ ਗਏ ਨੇ, ਰੋਗ ਤੋਂ ਰਹਿਤ ਹੋ ਗਏ ਨੇ। ਆਰੋਗ ਭਏ, ਉਹ ਰੋਗ ਤੋਂ ਰਹਿਤ ਹੋ ਗਏ ਨੇ। ਉਹਨਾਂ ਦੇ ਰੋਗ ਵਾਹਿਗੁਰੂ ਨੇ, ਨਿਰੰਕਾਰ ਨੇ, ਪਾਰ ਬ੍ਰਹਮ ਨੇ, ਪਰਮੇਸ਼ਰ ਨੇ ਦੂਰ ਕਰ ਦਿੱਤੇ ਹਨ। ਗੁਰ ਬਚਨੀ ਜਿਨਾ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਗੁਰੂ ਦੇ ਬਚਨਾਂ ਨਾਲ ਜਿਨ੍ਹਾਂ ਨੇ ਮੇਰੇ ਹਰੀ ਪਾਰ ਬ੍ਰਹਮ ਪਰਮੇਸ਼ਰ ਦੇ ਜਾਪ ਨੂੰ ਜਪਿਆ, ਗੁਰੂ ਦੇ ਬਚਨਾਂ ਨਾਲ, ਯਾਨੀ ਕਿ ਗੁਰੂ ਦਾ ਉਪਦੇਸ਼ ਸੁਣ ਕੇ। ਗੁਰੂ ਨੇ ਕਿਹਾ ਸਿੱਖਾ ਨਾਮ ਜਪਿਆ ਕਰ, ਆਹ ਨਾਮ ਜਪਿਆ ਕਰ ਜੋ ਤੈਨੂੰ ਦਿੱਤਾ, ਤਾਂ ਸਿੱਖ ਨੇ ਜਪਣਾ ਸ਼ੁਰੂ ਕਰ ਦਿੱਤਾ ਗੁਰੂ ਦਾ ਬਚਨ ਮੰਨ ਕੇ। ਤੇ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨ ਕੇ ਹਰੀ ਦੇ ਜਾਪ ਨੂੰ ਜਪਿਆ, ਤਿਨਾਂ ਦੇ ਹਉਮੈ ਦਾ ਰੋਗ ਸਤਿਗੁਰੂ ਜੀ ਨੇ ਗਵਾ ਦਿੱਤਾ, ਦੂਰ ਕਰ ਦਿੱਤਾ। ਤਿਨ ਕੇ ਹਉਮੈ ਰੋਗ ਗਏ, ਤਿਨਾਂ ਦੇ ਹਉਮੈ ਦੇ ਰੋਗ ਚਲੇ ਗਏ। ਹਉਮੈ ਨਾਲ ਹੀ ਸਾਰੇ ਰੋਗ ਆਉਂਦੇ ਆ। ਜਿੱਥੇ ਹਉਮੈ ਹੋਵੇ ਉੱਥੇ ਸਾਰੇ ਰੋਗ ਆ ਚਿੰਬੜਦੇ ਆ। ਤੇ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨ ਕੇ ਹਰੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਜਾਪ ਨੂੰ ਜਪਿਆ, ਤਿਨਾਂ ਦੇ ਸਤਿਗੁਰੂ ਜੀ ਨੇ ਸਾਰੇ ਰੋਗ ਗਵਾ ਦਿੱਤੇ ਹਨ। ਰਹਾਉ ਬ੍ਰਹਮਾ ਬੇਸਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਬ੍ਰਹਮਾ, ਵਿਸ਼ਨੂੰ, ਮਹਾਦੇਵ, ਇਹ ਵੀ ਤਿੰਨਾਂ ਗੁਣਾਂ ਦੇ ਰੋਗਾਂ ਕਰਕੇ ਹੀ ਰੋਗੀ ਹਨ। ਯਾਨੀ ਕਿ ਤਿੰਨਾਂ ਗੁਣਾਂ 'ਚ ਹੀ ਰਹਿੰਦੇ ਆ ਨਾ, ਰਜੋ ਤਮੋ ਸਤੋ ਵਿੱਚ। ਰੋਗ ਇਹਨਾਂ ਨੇ ਕਿੰਨੀਆਂ ਪੁਰਾਣਕ ਮਿਥਾਵਾਂ ਮਿਲਦੀਆਂ ਨੇ ਕਿ ਜਿਵੇਂ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ, ਪਰਮੇਸ਼ਰ ਦੀ ਮਾਇਆ ਇਹਨਾਂ ਤੇ ਵੀ ਵਰਤੀ। ਅਕਾਲ ਪੁਰਖ ਦੀ ਮਾਇਆ ਜੋ ਬੜੀ ਪ੍ਰਬਲ ਹੈ, ਉਹ ਇਹਨਾਂ ਤੇ ਵੀ ਵਰਤੀ। ਸਰਪਨੀ ਤੇ ਉਪਰ ਨਹੀਂ ਬਲੀਆ, ਜਨ ਬ੍ਰਹਮਾ ਵਿਸ਼ਨ ਮਹਾਦੇਵ ਚਲੀਆ। ਵਾਹਿਗੁਰੂ ਦੀ ਮਾਇਆ ਜਿਹੜੀ ਅਕਾਲ ਪੁਰਖ ਦੀ ਮਾਇਆ, ਉਹ ਬੜੀ ਪ੍ਰਬਲ ਹੈ। ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਵੀ ਭਾਈ ਹਉਮੈ ਦਾ ਰੋਗ ਲੱਗਾ ਹੋਇਆ, ਇਹ ਵੀ ਹਉਮੈ ਵਿੱਚ ਹੀ ਕਾਰ ਕਮਾਉਂਦੇ ਆ। ਬ੍ਰਹਮਾ ਜੀ ਨੂੰ ਵੀ ਹੰਕਾਰ ਹੋ ਗਿਆ ਵੀ ਮੈਂ ਹੀ ਆ। ਤੇ ਫਿਰ ਕਮਲ ਦੀ ਫੁੱਲ ਦੀ ਜਿਹੜੀ ਨਾਲ ਹੁੰਦੀ ਹੈ, ਉਹਦੇ ਵਿੱਚ ਜੁਗਾਂ ਜੁਗਾਂ ਤਾਈਂ ਭਰਮਦੇ ਰਹੇ, ਜੁਗਾਂ ਜੁਗਾਂ ਤਾਈਂ। ਫਿਰ ਅਕਾਲ ਪੁਰਖ ਨੂੰ ਬੇਨਤੀ ਕੀਤੀ, ਪਾਰ ਬ੍ਰਹਮ ਪਰਮੇਸ਼ਰ ਮੈਨੂੰ ਇਸ ਨਾਲ ਚੋਂ ਬਾਹਰ ਕੱਢੋ। ਤੋ ਇਸ ਪ੍ਰਕਾਰ ਨਾਲ ਸ਼ਿਵ ਜੀ ਦੇ ਉਹਨਾਂ ਨੂੰ ਵੀ ਕਪਾਲ ਚਿੰਬੜ ਗਿਆ ਸੀ ਹੱਥ ਨੂੰ। ਤੋ ਇਸ ਪ੍ਰਕਾਰ ਨਾਲ ਇਹ ਪ੍ਰਬਲ ਹੈ ਮਾਇਆ ਪਰਮੇਸ਼ਰ ਦੀ। ਇਹ ਵੀ ਹਉਮੈ ਦੇ ਵਿੱਚ ਕਾਰ ਕਮਾਉਂਦੇ ਆ। ਇਹਨਾਂ ਅੰਦਰ ਵੀ ਹਉਮੈ ਆ ਜਾਂਦੀ ਆ ਵੀ ਮੈਂ ਕਰਦਾ ਹਾਂ, ਮੈਂ ਕੀਤਾ ਹੈ। ਪਰ ਕਰਨ ਕਰਾਉਣ ਵਾਲਾ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ, ਉਹ ਪ੍ਰੇਰਕ ਹੈ, ਉਹਦੀ ਪ੍ਰੇਰਨਾ ਨਾਲ ਇਹ ਚੱਲਦੇ ਹਨ। ਜਿਨ ਕੀਏ ਤਿਸਹਿ ਨਾ ਚੇਤਹਿ ਬਪੜੇ, ਹਰ ਗੁਰਮੁਖ ਸੋਝੀ ਪਾਈ। ਜਿਸ ਵਾਹਿਗੁਰੂ ਨੇ ਪਰਮੇਸ਼ਰ ਨੇ ਇਹਨਾਂ ਨੂੰ ਕੀਤਾ ਸੀ, ਬਣਾਇਆ ਸੀ, ਉਹਨੂੰ ਇਹ ਬਪੜੇ ਯਾਦ ਨਹੀਂ ਕਰਦੇ, ਉਹਨੂੰ ਇਹ ਚੇਤੇ ਨਹੀਂ ਕਰਦੇ। ਜਿਸ ਨੇ ਬਣਾਇਆ ਉਹਨੂੰ ਯਾਦ ਹੀ ਨਹੀਂ ਕੀਤਾ। ਮੈਂ ਹੀ ਭਇਓ ਜਗਤ ਕੋ ਕਰਤਾ, ਆਪਹਿ ਬ੍ਰਹਮ ਕਹਾਏ। ਮੈਂ ਹੀ ਹਾਂ ਜੀ ਸੰਸਾਰ ਦਾ ਕਰਤਾ, ਮੈਂ ਹੀ ਬ੍ਰਹਮ ਹਾਂ, ਏਦਾਂ ਸਮਝਣ ਲੱਗ ਪਏ। ਕਰਤੇ ਨੂੰ ਭੁੱਲ ਗਏ ਜਿਹੜਾ ਕਰਨ ਵਾਲਾ। ਇਹੀ ਤਾਂ ਕਲੀ ਕਾਲ ਦਾ ਵਰਤਾਰਾ ਸੀ। ਤਦੇ ਤੇ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਨੂੰ ਭੇਜਿਆ ਕਿ ਜਿਹਨੂੰ ਜਿਹਨੂੰ ਭੇਜਿਆ ਸਭ ਨੇ ਆਪਣੀ ਆਪਣੀ ਪੂਜਾ ਵਿੱਚ, ਸਭ ਆਪਣੇ ਆਪਣੇ ਰੁਝਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ।
ਵੀ ਸਭ ਨੇ ਆਪਣੇ ਆਪਣੇ ਉਲਝੇਵੇਂ ਵਿੱਚ ਲਾ ਲਿਆ ਸਾਰਿਆਂ ਨੂੰ ਪਰਮੇਸ਼ਰ ਦੇ। ਮੇਰੇ ਬਾਰੇ ਤਾਂ ਕਿਸੇ ਨੇ ਜਾਣਿਆ ਹੀ ਨਹੀਂ, ਨਾ ਪਛਾਣ ਦਿੱਤੀ ਸੰਸਾਰ ਦੇ ਲੋਕਾਂ ਨੂੰ। ਤੇ ਹੇ ਗੁਰੂ ਨਾਨਕ ਸਾਹਿਬ, ਤੁਸੀਂ ਜਾਓ ਸੰਸਾਰ 'ਚ ਤੋ ਮੇਰਾ ਨਾਮ ਜਪਾਓ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦਾ ਨਾਮ ਜਪਾਇਆ, ਆਪਣਾ ਨਾਮ ਜਪਣ ਨੂੰ ਤਾਂ ਨਹੀਂ ਨਾ ਕਿਹਾ ਕਿਤੇ ਵੀ ਮੈਨੂੰ ਜਪੋ। ਮਹਾਰਾਜ ਜੀ ਕਹਿੰਦੇ ਕਰਤਾਰ ਦਾ ਜਾਪ ਜਪੋ, ਪਰਮੇਸ਼ਰ ਦਾ ਜਾਪ ਜਪੋ। ਤੋ ਜਿਨ ਕੀਏ ਤਿਸਾ ਨਾ ਚਿੱਤ ਹੈ ਬੱਪੜੇ। ਜਿਸ ਨੇ ਕੀਤਾ ਸੀ ਇਹ ਬੱਪੜੇ ਵਿਚਾਰੇ ਉਹਨੂੰ ਨਹੀਂ ਜਾਣਦੇ। ਹਰ ਗੁਰਮੁਖ ਸੋਝੀ ਪਾਈ। ਜਿਹੜੇ ਗੁਰਮੁਖ ਨੇ, ਗੁਰੂ ਵਾਲੇ ਨੇ, ਉਹਨਾਂ ਨੇ ਗੁਰੂ ਦੇ ਮੁਖ ਦੁਆਰਾ ਸੋਝੀ ਪ੍ਰਾਪਤ ਕਰ ਲਈ, ਸਮਝ ਪ੍ਰਾਪਤ ਕਰ ਲਈ, ਉਹਨਾਂ ਨੂੰ ਇਹ ਗਿਆਨ ਪ੍ਰਾਪਤ ਹੋ ਗਿਆ। ਹਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ। ਇਹ ਹਉਮੈ ਦਾ ਰੋਗ ਸਾਰੇ ਜਗ ਨੂੰ ਵਿਆਪਿਆ ਹੋਇਆ, ਤੇ ਜਿਨ੍ਹਾਂ ਨੂੰ ਇਹ ਰੋਗ ਲੱਗਾ ਉਹਨਾਂ ਨੂੰ ਜੰਮਣਾ ਮਰਨਾ ਹੁੰਦਾ। ਉਹਨਾਂ ਨੂੰ ਜੰਮਣ ਮਰਨ ਦੇ ਭਾਰੀ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਨੂੰ ਇਹ ਰੋਗ ਚਿੰਬੜ ਜਾਂਦਾ। ਕਿਹੜਾ? ਹਉਮੈ ਦਾ। ਹਉਮੈ ਹੀ ਜੀਵ ਦੇ ਜਨਮ ਤੇ ਮਰਨ ਦਾ ਮੂਲਤଃ ਕਾਰਨ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਇਹਦਾ ਸਪਸ਼ਟ ਅਰਥ ਹੈ ਕਿ ਹਉਮੈ ਕਰਕੇ ਜੰਮਦਾ ਤੇ ਹਉਮੈ ਕਰਕੇ ਮਰਦਾ। ਹਉ ਮੈਂ, ਇਹ ਹਉਮੈ ਜੀਵ ਦੇ ਹਿਰਦੇ 'ਚ ਜਦੋਂ ਤੱਕ ਜਾਂਦੀ ਨਹੀਂ, ਜਿਹਨੂੰ ਕਹਿੰਦੇ ਕਰਤਾ ਭੋਗਤਾਪਨ ਹੈ ਕਿ ਭ੍ਰਾਂਤੀ, ਇਹਨੂੰ ਭ੍ਰਾਂਤੀ ਕਿਹਾ। 5 ਤਰ੍ਹਾਂ ਦੀ ਭ੍ਰਾਂਤੀ ਦੱਸੀ ਹੈ ਵਿਦਵਾਨਾਂ ਨੇ। ਉਹਦੇ ਵਿੱਚੋਂ ਇੱਕ ਭ੍ਰਾਂਤੀ ਹੈ ਕਰਤਾ ਭੋਗਤਾਪਨ ਹੈ ਕਿ ਭ੍ਰਾਂਤੀ। ਸਫਟਕ ਦੀ ਮਣੀ ਤੁਸੀਂ ਲਾਲ ਰੰਗ ਤੇ ਰੱਖ ਦਿਓ ਤੇ ਮਣੀ ਏਦਾਂ ਜਾਪਦੀ ਹੈ ਜਿਵੇਂ ਲਾਲ ਰੰਗ ਦੀ ਹੋਵੇ। ਉਹਨੂੰ ਤੁਸੀਂ ਕਾਲੇ ਰੰਗ ਤੇ ਧਰ ਦਿਓ ਤੇ ਉਹ ਕਾਲੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਉਹਨੂੰ ਤੁਸੀਂ ਪੀਲੇ ਰੰਗ ਤੇ ਰੱਖ ਦਿਓ ਤੇ ਪੀਲੀ ਹੋ ਜਾਂਦੀ। ਹਰੇ ਰੰਗ ਤੇ ਰੱਖ ਦਿਓ ਤੇ ਹਰੇ ਰੰਗ ਦੀ ਦਿਸਦੀ ਹੈ। ਵੇਖਣ ਵਾਲਾ ਕਹਿੰਦਾ ਵੀ ਇਹ ਮਣੀ ਦਾ ਰੰਗ ਹੈ, ਪਰ ਉਹ ਮਣੀ ਦਾ ਨਹੀਂ ਹੈ। ਉਹ ਜਦੋਂ ਕੋਈ ਮਨੁੱਖ ਕੁਝ ਕਰਦਾ ਤੇ ਉਹ ਸੋਚਦਾ ਮੈਂ ਕਰ ਰਿਹਾ, ਜਾਂ ਕੁਝ ਭੋਗਦਾ ਤਾਂ ਕਹਿੰਦਾ ਇਹ ਪਦਾਰਥ ਮੈਂ ਭੋਗ ਰਿਹਾ। ਜਦੋਂ ਮੈਂ ਕਰ ਰਿਹਾ, ਮੈਂ ਭੋਗ ਰਿਹਾ, ਤੇ ਉਸੇ ਮੈਂ ਦੇ ਕਰਤੇ ਭੋਗਤੇ ਪਨੇ ਦੀ ਭ੍ਰਾਂਤੀ ਕਰਕੇ ਫਿਰ ਮੈਂ ਹੀ ਜੰਮ ਰਹੀ ਹੈ ਤੇ ਮੈਂ ਹੀ ਮਰ ਰਹੀ। ਉਸੇ ਕਰਕੇ ਜੰਮ ਰਿਹਾ, ਉਸੇ ਕਰਕੇ ਮਰਨ ਹੋ ਰਿਹਾ। ਜਦੋਂ ਇਹ ਗੱਲ ਸਮਝ ਪੈ ਜਾਏ ਵੀ ਇਹ ਰੰਗ ਮਣੀ ਦਾ ਨਹੀਂ ਹੈ, ਯਾਨੀ ਕਿ ਮੈਂ ਕਰਤਾ ਭੋਗਤਾ ਨਹੀਂ ਹਾਂ, ਮੈਂ ਤਾਂ ਇਹਦੇ ਤੋਂ ਅਸੰਗ ਹਾਂ, ਇਹ ਮੇਰੇ ਵਿੱਚ ਕਲਪਿਤ ਹੈ ਸਭ ਕੁਝ, ਜਨਮ ਮਰਨ ਇਹ ਸਭ ਕੁਝ ਮੇਰੇ ਵਿੱਚ ਕਲਪਿਤ ਹੈ। ਜਦੋਂ ਇਸ ਗੱਲ ਦਾ ਗਿਆਨ ਹੋ ਜਾਏ ਉਸੇ ਦਿਨ ਜਨਮ ਮਰਨ ਮੁੱਕ ਜਾਂਦਾ ਹੈ। ਪਰ ਜਦੋਂ ਤੱਕ ਇਹ ਕਲਪਨਾ ਬਣੀ ਹੋਈ ਆ ਵੀ ਮੈਂ ਜੰਮ ਰਿਹਾ, ਮੈਂ ਮਰ ਰਿਹਾ, ਇਹ ਮੇਰੇ ਵਿੱਚ ਹੀ ਹੈ ਸਭ ਕੁਝ, ਮੈਂ ਹੀ ਆ, ਮੈਂ ਹੀ ਜਨਮ ਚਾਹ ਰਿਹਾ, ਮੈਂ ਹੀ ਮਰਨ ਚਾਹ ਰਿਹਾ, ਤਾਂ ਫਿਰ ਮਹਾਰਾਜ ਜੀ ਕਹਿੰਦੇ ਜੇ ਇਹ ਹਉਮੈ ਹੈ ਤਾਂ ਫਿਰ ਤਿੰਨ ਕੋ ਜਨਮ ਮਰਨ ਦੁੱਖ ਭਾਰੀ। ਤਿਨਾਂ ਨੂੰ ਫਿਰ ਜਨਮ ਤੇ ਮਰਨ ਦਾ ਵੱਡਾ ਭਾਰੀ ਦੁੱਖ ਵਿਆਪਦਾ ਹੈ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਛੁੱਟਦਾ ਗੁਰੂ ਖਾਲਸਾ ਜੀ ਇਸ ਹਉਮੈ ਤੋਂ, ਇਸ ਜਨਮ ਮਰਨ ਤੋਂ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਮੁਕਤ ਹੁੰਦਾ, ਨਹੀਂ ਤਾਂ ਇਹ ਜਨਮ ਮਰਨ ਦੇ ਦੁੱਖ ਵਿੱਚ ਬਹੁਤੇ ਭਟਕ ਰਹੇ ਹੈ। ਪਰ ਗੁਰੂ ਦੀ ਕਿਰਪਾ ਨਾਲ ਕੋਈ ਜਦੋਂ ਵਿਰਲਾ ਛੁੱਟ ਗਿਆ ਤੇ ਜਿਹੜਾ ਮੁਕਤ ਹੋ ਗਿਆ, ਤਿਸ ਜਨ ਕੋ ਹਉ ਬਲਿਹਾਰੀ, ਕਹਿੰਦੇ ਫਿਰ ਮੈਂ ਉਸ ਜਨ ਤੋਂ ਬਲਿਹਾਰ ਜਾਵਾਂ, ਉਹਦੇ ਤੋਂ ਵਾਰੇ ਵਾਰੇ ਜਾਵਾਂ, ਉਹਦੇ ਤੋਂ ਕੁਰਬਾਨ ਜਾਵਾਂ। ਤਿਸ ਜਨ ਕੋ ਹਉ ਬਲਿਹਾਰੀ,
ਤਿਸ ਜਨ ਕੋ ਬਲਿਹਾਰੀ। ਤਿਸ ਜਨ ਕੋ ਬਲਿਹਾਰੀ, ਤਿਸ ਜਨ ਕੋ ਬਲਿਹਾਰੀ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਗੁਰ ਪ੍ਰਸਾਦੀ ਕੋ ਵਿਰਲਾ ਛੂਟੈ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਗੁਰ ਪ੍ਰਸਾਦੀ ਕੋ ਵਿਰਲਾ ਛੂਟੈ। ਤਿਸ ਜਨ ਕੋ ਬਲਿਹਾਰੀ, ਤਿਸ ਜਨ ਕੋ ਬਲਿਹਾਰੀ। ਤਿਸ ਜਨ ਕੋ ਬਲਿਹਾਰੀ, ਤਿਸ ਜਨ ਕੋ ਬਲਿਹਾਰੀ। ਤਿਨਾਂ ਜਨਾਂ ਤੋਂ, ਤਿਨਾਂ ਰੱਬ ਦੇ ਪਿਆਰਿਆਂ ਤੋਂ ਜਿਹੜੇ ਮੁਕਤ ਹੋ ਗਏ ਐ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਜਿਤਨੇ ਸਿੱਖ ਮੁਕਤ ਹੋਏ, ਹੁਣ ਤਾਈਂ 550 ਸਾਲ ਦਾ ਸਮਾਂ ਬੀਤ ਗਿਆ, ਉਹਦੇ ਤੋਂ ਵੱਧ ਸਮਾਂ ਬੀਤ ਗਿਆ। ਜਿਤਨੇ ਹੁਣ ਤਾਈਂ ਮੁਕਤ ਹੋ ਗਏ ਐ, ਜਿਤਨੇ ਹੁਣ ਮੁਕਤ ਹੋ ਰਹੇ ਐ, ਤੇ ਰਹਿੰਦੇ ਸੰਸਾਰ ਤੱਕ ਜਿਤਨੇ ਆਉਣ ਵਾਲੇ ਸਮੇਂ 'ਚ ਮੁਕਤ ਹੋਣਗੇ, ਮੈਂ ਉਹਨਾਂ ਸਾਰਿਆਂ ਤੋਂ ਹੀ ਬਲਿਹਾਰ ਜਾਂਦਾ, ਮੈਂ ਉਹਨਾਂ ਸਾਰਿਆਂ ਤੋਂ ਹੀ ਵਾਰੇ ਜਾਂਦਾ। ਇਹਦੇ ਵਿੱਚ ਸਾਰੇ ਹੀ ਆ ਗਏ ਨਾ, ਫਿਰ ਗਿਣਤੀਆਂ ਮਿਣਤੀਆਂ ਕਰਨ ਲੱਗੀਏ ਨਹੀਂ ਹੋਣੀਆਂ। ਸਭ ਤੋਂ ਬਲਿਹਾਰ ਮੈਂ ਉਹਨਾਂ ਸਾਰਿਆਂ ਤੋਂ ਕੁਰਬਾਨ ਜਾਂਦਾ ਹਾਂ। ਜਿਨ ਸਿਸਟ ਸਾਜੀ ਸੋਈ ਹਰ ਜਾਣੈ, ਤਾ ਕਾ ਰੂਪ ਅਪਾਰੋ। ਜਿਨ੍ਹਾਂ ਨੇ, ਜਿਸ ਨੇ ਇਸ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਹਰੀ ਹੈ, ਉਹੀ ਮਾਲਕ ਹੈ, ਔਰ ਉਹਦਾ ਰੂਪ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ। ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ, ਵਾਹਿਗੁਰੂ ਆਪ ਹੀ ਵੇਖਦਾ ਹੈ ਤੇ ਆਪ ਹੀ ਬਿਗਸਦਾ ਹੈ। ਵੇਖ ਕੇ ਨਾ ਸਭ ਕੁਝ ਬਣਾ ਕੇ ਵੇਖਦਾ, ਫਿਰ ਵਿਗਸਦਾ ਵੀ ਆਪ ਹੀ ਹੈ। ਸਾਰਿਆਂ ਵਿੱਚ ਮੌਲਿਆ ਜੋ ਹੋਇਆ, ਗੁਰਮੁਖ ਇਸ ਗੱਲ ਦੀ ਬ੍ਰਹਮ ਦੀ ਵਿਚਾਰ ਕਰਦੇ।